15 ਤਰੀਕ ਨੂੰ ਫਿਰ ਲਿਜਾ ਰਹੇ ਹਾਂ, ਬੜਾ ਮੋਟਰਸਾਈਕਲਾਂ 'ਚ ਇੱਕ ਬੜਾ ਪ੍ਰਦਰਸ਼ਨ ਕਰ ਰਹੇ ਹਾਂ। 20 ਤਰੀਕ ਨੂੰ ਫਿਰ ਅਨੰਦਪੁਰ ਸਾਹਿਬ ਤੋਂ ਲਿਜਾ ਰਹੇ ਹਾਂ। ਜੇ ਮੋਰਚੇ ਤੋਂ ਨਾਰਾਜ਼ੀ ਹੁੰਦੀ ਤਾਂ ਆਪਾਂ ਫਿਰ ਇਸ ਤੋਂ ਕਿਨਾਰਾ ਕਰ ਦੇਣਾ। 59 ਲੱਖ ਵੋਟ ਦੇ ਵਿੱਚ ਅੱਜ ਸਰਕਾਰ ਚੱਲ ਰਹੀ ਹੈ। ਸਾਡੀ 80 ਲੱਖ ਤੋਂ 90 ਲੱਖ ਤੇ ਆਪਾਂ ਆਪਣੀ ਸਰਕਾਰ ਨਹੀਂ ਬਣਾ ਸਕਦੇ। ਲੈ ਆਪਣੀ ਵੋਟ ਆਪਣੇ ਕੋਲ ਪਾਣੀ ਹੈ, ਇੰਨਾ ਹੀ ਤੇ ਕੰਮ ਹੈ ਯਾਰ। ਚਾਣਕਿਆ ਨੇ ਕਿਹਾ ਹੈ ਜੇ ਚੰਗੇ ਲੋਕ ਰਾਜਨੀਤੀ ਤੋਂ ਬਾਹਰ ਰਹਿਣਗੇ ਤੇ ਬੁਰੇ ਲੋਕ ਤੁਹਾਡੇ ਤੇ ਸ਼ਾਸਨ ਕਰਨਗੇ। ਜੇ ਸਰ ਛੋਟੂ ਰਾਮ ਰਾਜਨੀਤੀ ਦੇ ਵਿੱਚ ਨਾ ਆਉਂਦਾ ਕੋਈ ਕਾਨੂੰਨ ਨਹੀਂ ਸੀ ਬਣਾ ਸਕਦਾ। ਜੇ ਆਪਾਂ ਉਹਨਾਂ ਨੂੰ ਪੂਜ ਰਹੇ ਹਾਂ, ਜੇ ਅੰਬੇਡਕਰ ਸਾਹਿਬ ਰਾਜਨੀਤੀ ਦੇ ਵਿੱਚ ਨਾ ਆਉਂਦੇ ਤੇ ਕੋਈ ਕਾਨੂੰਨ ਨਹੀਂ ਸੀ ਬਣਾ ਸਕਦਾ। ਅੱਜ ਸਾਰੇ ਉਹਨਾਂ ਨੂੰ ਪੂਜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਤੇ 2022 ਦੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਸਿਆਸੀ ਸਰਗਰਮੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ। ਪਾਰਟੀਆਂ ਵੱਲੋਂ ਜਿਹੜੇ ਆਪਣੇ ਕੈਂਡੀਡੇਟ ਨੇ ਉਹਨਾਂ ਦੀ ਅਨਾਉਂਸਮੈਂਟ ਕਰਨੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ। ਕਿਤੇ ਨਾ ਕਿਤੇ ਜਿਹੜੇ ਪਾਰਟੀਆਂ ਦਾ ਜਿਹੜੇ ਨੇਤਾ ਨੇ ਉਹ ਆਪਣੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਨੂੰ ਜਿਹੜੇ ਜੁਆਇਨ ਕਰ ਰਹੇ ਨੇ। ਅਸੀਂ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਜਿਹੜਾ ਮੈਦਾਨ ਭਖਦਾ ਨਜ਼ਰ ਆ ਰਿਹਾ। ਤੇ ਉੱਥੇ ਹੀ ਅੱਜ ਲੁਧਿਆਣਾ ਦੇ ਵਿੱਚ ਇੱਕ ਰਾਸ਼ਟਰੀ ਪਾਰਟੀ ਦਾ ਜਿਹੜਾ ਐਲਾਨ ਕੀਤਾ ਗਿਆ ਹੈ, ਭਾਰਤੀ ਆਰਥਿਕ ਪਾਰਟੀ ਜੀ। ਬਿਲਕੁਲ ਇੱਕ ਵਪਾਰੀਆਂ ਵੱਲੋਂ ਇੱਕ ਵੱਡੀ ਪਾਰਟੀ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਗੁਰਨਾਮ ਝੜੂਨੀ ਜੀ ਵੀ ਸ਼ਾਮਲ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਪਾਰੀ ਵਰਗ ਹੈ ਇੱਥੇ ਸਾਡੇ ਨਾਲ ਮੌਜੂਦ ਹੈ। ਤੇ ਸਿਰਫ ਵਪਾਰੀ ਵਰਗ ਹੀ ਨਹੀਂ, ਤੁਹਾਨੂੰ ਦੱਸੀਏ ਕਿ ਇਹ ਲੁਧਿਆਣੇ ਦੇ ਜਾਂ ਅਸੀਂ ਕਹਿ ਦਈਏ ਪੰਜਾਬ ਦੇ ਵਪਾਰੀ ਨਹੀਂ, ਤੇ ਪੂਰੇ ਭਾਰਤ ਤੋਂ ਵਪਾਰੀ ਵਰਗ ਜਿਹੜਾ ਇਸ ਵਿੱਚ ਅੱਜ ਸ਼ਾਮਲ ਹੋਇਆ ਸੀ। ਤੇ ਉਹਨਾਂ ਵੱਲੋਂ ਜਿਹੜੀਆਂ ਨੇ ਆਪਣੀਆਂ ਜਿਹੜਾ ਸਮਰਥਨ ਹੈ ਉਹ ਦਿੱਤਾ ਗਿਆ ਕਿ ਪੂਰੀ ਤਰ੍ਹਾਂ ਜਿਹੜਾ ਸਮਰਥਨ ਉਹ ਦਿੰਦੇ ਨੇ। ਅੱਜ ਤੁਸੀਂ ਪਾਰਟੀ ਦੇ ਵਿੱਚ ਤੁਹਾਨੂੰ ਜਿਹੜਾ ਹੈ ਇੱਕ ਮੁਖੀ ਐਲਾਨਿਆ ਗਿਆ। ਹੁਣ ਵੀ ਬਾਬਾ ਸਾਹਿਬ ਨੇ ਕਿਹਾ ਵੀ ਹਾਂਜੀ ਸਾਨੂੰ ਇੱਕ ਜਿਹੜਾ ਫੇਸ ਹੈ ਉਹ ਨਜ਼ਰ ਆ ਰਿਹਾ। ਸਭ ਤੋਂ ਪਹਿਲਾਂ ਤਾਂ ਮੈਂ ਇਸ ਦੇ ਉੱਤੇ ਪ੍ਰਤੀਕਿਰਿਆ ਜਿਹੜੀ ਲੈਣੀ ਚਾਹੂੰਗਾ ਵੀ ਕਿਸ ਤਰ੍ਹਾਂ ਦੇਖਦੇ ਹੋ ਵੀ ਸੈਟਿਸਫਾਈ ਹੋ, ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਕਿਸਾਨਾਂ ਨੂੰ ਜਿਹੜਾ ਹੁਣ ਲੜਾਈ ਜਿਹੜੀ ਹੈ ਲੜਨੀ ਪਊਗੀ ਜਾਂ ਜਿਹੜੀ ਰਾਜਨੀਤੀ ਦੇ ਵਿੱਚ ਆਉਣਾ ਹੀ ਪਊਗਾ? ਨਹੀਂ, ਉਹ ਤੇ ਅਸੀਂ ਬਹੁਤ ਪਹਿਲਾਂ ਕਹਿ ਦਿੱਤਾ ਵੀ ਰਾਜਨੀਤੀ ਤੋਂ ਬਿਨਾਂ ਕੋਈ ਹੱਲ ਨਹੀਂ। ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੋਏਗੀ। ਜੇ ਸਾਡੇ ਦੇਸ਼ ਨੂੰ ਸਾਡੇ ਰਾਜਨੀਤੀ ਨੇ, ਸਾਡੇ ਰਾਜਨੇਤਾਵਾਂ ਨੇ ਮਾਰਿਆ ਹੈ, ਜੇ ਸਾਡੀ ਹਾਲਤ ਖਰਾਬ ਕੀਤੀ ਹੈ, ਜੇ ਸਾਨੂੰ ਸੁਸਾਈਡ ਕਰਨ ਵਾਸਤੇ ਮਜਬੂਰ ਕੀਤਾ ਹੈ, ਤੇ ਉਹ ਸਾਡੀ ਰਾਜਨੀਤੀ ਨੇ ਕੀਤਾ ਹੈ। ਤੇ ਰਾਜਨੀਤੀ ਨੇ ਜੇ ਕੀਤਾ ਹੈ ਤੇ ਉਹਦਾ ਹੱਲ ਵੀ ਰਾਜਨੀਤੀ 'ਚ ਹੀ ਹੈ। ਉਹਦਾ ਹੱਲ ਸੜਕ ਤੇ ਹੁੰਦਾ ਹੈ ਵੀ ਆਪਾਂ ਬਹਿ ਕੇ ਜਿਵੇਂ ਹੁਣ ਕਾਨੂੰਨ ਬਣਾਤੇ, ਇਹ ਤੜਵਾਤੇ, ਆਪਾਂ ਉਹਨੇ ਚਿਰ ਨੂੰ ਇਹ ਤੜਵਾਦੇ ਰਹਾਂਗੇ, ਉਹਨੇ ਚਿਰ ਨੂੰ ਦੋ ਹੋਰ ਬਣਨਗੇ। ਤੁਹਾਡੇ ਸਾਹਮਣੇ ਦਿਖਾਵਾਂਗਾ ਮੈਂ। ਆਪਾਂ ਫਿਰ ਉਹਨਾਂ ਵਾਸਤੇ ਲੜਾਂਗੇ। ਜ਼ਰੂਰ ਲੜਨਾ ਚਾਹੀਦਾ ਹੈ, ਪਰ ਇਹ ਉਦੋਂ ਲੜਨਾ ਚਾਹੀਦਾ ਜਦੋਂ ਇਲੈਕਸ਼ਨ ਨਹੀਂ ਹੈ। ਝੜੂਨੀ ਸਾਹਿਬ, ਜਿਸ ਤਰ੍ਹਾਂ ਤੁਸੀਂ ਥੋੜ੍ਹੇ ਸਮੇਂ ਤੋਂ ਜਿਹੜੀ ਹੈ ਦੂਰੀ ਬਣਾਈ ਹੈ, ਮੋਰਚੇ ਤੋਂ ਕਿਹਾ ਵੀ ਥੋੜ੍ਹੀ ਜਿਹੀ ਨਾਰਾਜ਼ਗੀ ਵੀ ਜਤਾਈ ਹੈ, ਤੇ ਮਤਲਬ ਜਿਹੜੀ ਆ ਦੁਬਾਰਾ ਮੀਟਿੰਗ ਕੀਤੀ ਜਾਊਗੀ, ਵਾਪਸ ਜਿਹੜਾ ਅੰਦੋਲਨ ਦਾ ਰੁਖ ਕੀਤਾ ਜਾਊਗਾ, ਉੱਥੇ ਮੋਰਚੇ ਦੇ ਉੱਤੇ ਜਿਹੜਾ ਡਟਿਆ ਜਾਊਗਾ ਦੁਬਾਰਾ? ਬਿਲਕੁਲ ਗਲਤ ਸਵਾਲ ਹੈ ਕਿ ਦੂਰੀ ਬਣਾਈ ਹੈ। ਮੋਰਚੇ ਤੋਂ ਕੋਈ ਦੂਰੀ ਨਹੀਂ ਬਣਾਈ। ਕਿਹਾ ਜਾ ਰਿਹਾ ਸੀ ਵੀ ਥੋੜ੍ਹੀ ਜਿਹੀ ਅਣਦੇਖੀ ਕੀਤੀ ਜਾ ਰਹੀ ਹੈ। ਮੀਟਿੰਗ 'ਚੋਂ ਬਾਹਰ ਆਇਆ ਸੀ ਨਾਰਾਜ਼ਗੀ। ਮੀਟਿੰਗ 'ਚੋਂ ਨਾਰਾਜ਼ਗੀ ਇਸ ਗੱਲ 'ਤੇ ਸੀ ਕਿ ਪੰਜਾਬ ਦੇ ਕੁਝ ਸੰਗਠਨਾਂ ਨੇ ਮੇਰੀ ਅਗਵਾਈ ਹੇਠ ਮੈਨੂੰ ਮਾਨ ਤਾਨ ਦਿੰਦੇ ਹੋਏ ਇੱਥੋਂ ਜਥਾ ਲੈ ਕੇ ਗਏ ਸੀ। ਉਹ ਉਹਨਾਂ ਤੋਂ ਨਾਰਾਜ਼ ਹੋ ਗਏ ਵੀ ਤੁਸੀਂ ਪੰਜਾਬ ਵਾਲਿਆਂ ਨੂੰ ਬੁਲਾ ਲੈਣਾ ਸੀ ਕਿਸੇ ਨੂੰ। ਉਹ ਇਸ ਗੱਲ ਤੋਂ ਨਾਰਾਜ਼ ਹੋ ਗਏ। ਉਹਨਾਂ ਨੂੰ ਜਰਨਲ ਮੀਟਿੰਗ ਜਿਹੜੀ ਹੁੰਦੀ, ਜਿਹਦੇ ਦੇਸ਼ ਦੇ ਕੋਈ ਵੀ ਸੰਗਠਨ ਦਾ ਪ੍ਰਤੀਨਿਧੀ ਬਹਿ ਸਕਦਾ ਹੈ, ਉਹਨਾਂ ਨੂੰ ਬਾਹਰ ਕੱਢਤਾ। ਅਤੇ ਮੈਂ ਇਹ ਸਰੋਸ ਵਜੋਂ ਕਿ ਜੇ ਮੇਰੇ ਬੁਲਾਉਣ ਨਾਲ ਇਹਨਾਂ ਨੂੰ ਬਾਹਰ ਕੱਢਦੇ ਹੈ ਤੇ ਫਿਰ ਮੇਰਾ ਵੀ ਧਰਮ ਬਣਦਾ ਵੀ ਮੈਂ ਵੀ ਇਹਨਾਂ ਦੇ ਨਾਲ ਬਾਹਰ ਜਾ। ਤਾਂ ਉਹ ਕੋਈ ਜ਼ਿਆਦਾ ਲੰਬੀ ਚੌੜੀ ਗੱਲ ਹੈ ਨਹੀਂ। ਇਹ ਤਾਂ ਨੋਰਮਲ ਗੱਲਾਂ ਹੁੰਦੀਆਂ ਨੇ। ਉਹਨਾਂ ਨੇ ਕਮੇਟੀ ਬਿਠਾਤੀ ਹੈ, ਨਿਬੜ ਜਾਏਗਾ। ਉਹ ਕੋਈ ਲੰਬੀ ਚੌੜੀ ਗੱਲ ਹੈ ਨਹੀਂ। ਪਰ ਮੋਰਚੇ ਤੋਂ ਦੂਰੀ ਨਹੀਂ ਕੀਤੀ। ਮੋਰਚੇ ਤੋਂ ਦੂਰੀ ਅੰਤਰ ਹੈ ਨਾ। ਮੀਟਿੰਗ ਤੋਂ ਰੋਸ ਦਿਖਾਉਣਾ ਵੱਖਰੀ ਗੱਲ ਹੈ, ਮੋਰਚੇ ਤੋਂ ਦੂਰੀ ਬਣਾਉਣਾ ਹੋਰ ਗੱਲ ਹੈ। ਮੋਰਚੇ ਦੇ ਵਿੱਚ ਤੇ ਮੈਂ ਤੁਹਾਨੂੰ ਦੱਸਾਂ, ਅੱਜ ਤੱਕ ਜਿੰਨਾ ਵੀ ਜਿੰਨੀ ਕੁ ਮਾਲਕ ਨੇ ਕੈਪੈਸਿਟੀ ਦਿੱਤੀ ਹੈ, ਉਸ ਤੋਂ ਉਹਦਾ ਅਸੀਂ ਬਚਾਇਆ ਨਹੀਂ। ਅਸੀਂ ਸਾਰੀ ਦੀ ਸਾਰੀ ਤਾਕਤ ਝੋਕੀ ਹੈ। ਅੱਜ ਵੀ ਆਪਾਂ 8 ਜਥੇ ਹੁਣ ਤੋਂ ਪਹਿਲਾਂ ਆਪਣਾ ਲਿਜਾ ਚੁੱਕੇ ਹਾਂ। 2 ਪੰਜਾਬ 'ਚੋਂ, 6 ਜਥੇ ਹਰਿਆਣੇ 'ਚੋਂ, ਜਿਹੜੇ 8-10 ਦਿਨ ਬਾਅਦ ਅਸੀਂ ਇੱਕ ਬੜਾ ਜਥਾ ਗੱਡੀਆਂ ਦਾ ਲਿਜਾਂਦੇ ਰਹੇ, ਜਿਹਦੇ 'ਚ ਹਜ਼ਾਰ ਗੱਡੀ ਵੀ ਹੋ ਜਾਂਦੀ ਹੈ, 100-200 ਵੀ ਰਹਿ ਜਾਂਦੀ ਹੈ। ਤੇ 15 ਤਰੀਕ ਨੂੰ ਫਿਰ ਲਿਜਾ ਰਹੇ ਹਾਂ, ਬੜਾ ਮੋਟਰਸਾਈਕਲਾਂ 'ਚ ਇੱਕ ਬੜਾ ਪ੍ਰਦਰਸ਼ਨ ਕਰ ਰਹੇ ਹਾਂ। 20 ਤਰੀਕ ਨੂੰ ਫਿਰ ਅਨੰਦਪੁਰ ਸਾਹਿਬ ਤੋਂ ਲਿਜਾ ਰਹੇ ਹਾਂ। ਜੇ ਮੋਰਚੇ ਤੋਂ ਨਾਰਾਜ਼ੀ ਹੁੰਦੀ ਤਾਂ ਆਪਾਂ
ਫਿਰ ਇਸ ਤੋਂ ਕਿਨਾਰਾ ਕਰ ਜਾਣਾ ਸੀ। ਅੱਛਾ ਚੜੂਨੀ ਸਾਹਿਬ ਇੱਕ ਗੱਲ ਦੱਸੋ ਵੀ ਜਿਸ ਤਰ੍ਹਾਂ ਹੁਣ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਜਿਹੜੀ ਗੱਲ ਕਹੀ ਜਾ ਰਹੀ ਸੀ ਵੀ ਖੇਤੀ ਕਾਨੂੰਨ ਜਿਹੜੇ ਨੇ ਰੱਦ ਕਰਵਾਏ ਜਾਣੇ ਚਾਹੀਦੇ ਨੇ, ਹੋਣੇ ਚਾਹੀਦੇ ਨੇ, ਤੇ ਉਸ ਤੋਂ ਬਾਅਦ ਇੱਕਦਮ ਹੀ ਜਿਹੜਾ ਰਾਜਨੀਤੀ ਵਿੱਚ ਆਉਣਾ, ਕਿਤੇ ਨਾ ਕਿਤੇ ਪਹਿਲਾਂ ਹੀ ਜਿਹੜੇ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਸੀ ਵੀ ਰਾਜਨੀਤਿਕ ਪਾਰਟੀਆਂ ਦਾ ਜਾਂ ਪਿੱਛੇ ਹੱਥ ਹੈ ਜਾਂ ਰਾਜਨੀਤਿਕ ਕਿਸਾਨ ਚਾਹੁੰਦੇ ਨੇ ਵੀ ਰਾਜਨੀਤੀ ਜਾਵੇ, ਜਿੱਦਾਂ ਹੁਣ ਰਾਜੇਵਾਲ ਸਾਹਿਬ ਦੇ ਵੀ ਜਿਹੜੇ ਪੋਸਟਰ ਨੇ ਖੰਨੇ ਵਿੱਚ ਲੱਗੇ ਸੀ, ਉਹ ਸਾਰਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜਾ ਮੇਰਾ ਵਿਚਾਰਧਾਰਾ ਹੈ, ਵਿਚਾਰਧਾਰਾ ਮੇਰੀ ਹੋਰ ਹੋ ਸਕਦੀ ਹੈ, ਤੁਹਾਡੀ ਹੋਰ ਹੋ ਸਕਦੀ ਹੈ, ਤੀਜੇ ਦੀ ਹੋਰ ਹੋ ਸਕਦੀ ਹੈ, ਫਰਕ ਹੋ ਸਕਦਾ ਹੈ। ਪਰ ਜਿਹੜੀ ਮੇਰੀ ਵਿਚਾਰਧਾਰਾ ਹੈ ਉਹ ਇਹ ਹੈ ਕਿ ਵੀ ਅੰਦੋਲਨ ਉਸ ਟਾਈਮ ਦਾ ਕੰਮ ਹੈ ਜਦੋਂ ਇਲੈਕਸ਼ਨ ਨਹੀਂ ਹੈ। ਇੱਕ ਮੇਰਾ ਹੋਰ ਬੜਾ ਸਿੱਧਾ ਸਵਾਲ ਸਾਰਿਆਂ ਅੱਗੇ, ਬੜਾ ਸਿੱਧਾ ਸਵਾਲ, ਪੰਜਾਬ ਦੇ ਵਿੱਚ ਜਿਹੜਾ ਸਰਵੇ ਦੱਸ ਰਿਹਾ ਹੈ ਉਹ 23,75,000 ਕਿਸਾਨ ਪਰਿਵਾਰ ਰਜਿਸਟਰਡ ਹੋਏ ਨੇ, ਜਿਹੜਾ ਮੋਦੀ ਦੇ 6,000 ਰੁਪਏ ਦੇ ਰਹੇ। ਉਹਨਾਂ ਦੀ ਜੇ ਇੱਕ ਪਰਿਵਾਰ ਦੀ 3 ਵੋਟ ਗਿਣੀਏ ਤੇ 71 ਲੱਖ ਵੋਟ ਬਣਦੀ ਹੈ। ਕਿੰਨੇ ਪਰਿਵਾਰ ਉਹ ਨੇ ਜਿਨ੍ਹਾਂ ਦੀ ਨਾਂ ਦਰਜ ਨਹੀਂ ਹੋਇਆ? ਇਹਦਾ ਮਤਲਬ 80 ਲੱਖ ਤੋਂ ਲੈ ਕੇ 90 ਲੱਖ ਵੋਟ ਦੇ ਵਿਚਕਾਰ ਕਿਸਾਨ ਪਰਿਵਾਰਾਂ ਦੀ ਹੈ ਜਿਨ੍ਹਾਂ ਕੋਲ ਜ਼ਮੀਨ ਹੈ। ਜਿਹੜੇ ਮਜ਼ਦੂਰ ਨਾਲ ਨੇ, ਜਿਹੜਾ ਵਪਾਰੀ ਨਾਲ ਹੈ, ਜਿਹੜਾ ਦੁਕਾਨ ਵਾਲਾ ਨਾਲ ਹੈ, ਉਹ ਵੱਖਰੇ ਛੱਡ ਦਿਓ। ਮੈਂ ਕੇਵਲ ਜ਼ਮੀਨ ਵਾਲਿਆਂ ਦੀ ਗੱਲ ਕਰ ਰਿਹਾ, ਜਿਹੜੇ ਉਹਨਾਂ ਦੀ ਜਿੰਨੇ 59 ਲੱਖ ਵੋਟ ਦੇ ਵਿੱਚ ਅੱਜ ਸਰਕਾਰ ਚੱਲ ਰਹੀ ਹੈ। ਸਾਡੀ 80 ਲੱਖ ਤੋਂ 90 ਲੱਖ, ਤੇ ਆਪਾਂ ਆਪਣੀ ਸਰਕਾਰ ਨਹੀਂ ਬਣਾ ਸਕਦੇ? ਲੈ, ਆਪਣੀ ਵੋਟ ਆਪਣੇ ਕੋਲ ਪਾਣੀ ਹੈ, ਇੰਨਾ ਹੀ ਤੇ ਕੰਮ ਹੈ ਯਾਰ। ਅਸੀਂ ਆਪਣੀ ਵੋਟ ਆਪਣੇ ਕੋਲ ਪਾ ਲਈਏ, ਆਪਣੀ ਸਰਕਾਰ ਆ ਗਈ, ਤੁਸੀਂ ਬਣਾ ਲਿਓ ਕਾਨੂੰਨ, ਛੱਡੋ ਨਾ ਸੜਕ ਨੂੰ, ਇੰਨੀ ਤੇ ਗੱਲ ਹੈ। ਇਹ ਵਿਚਾਰਧਾਰਾ ਨਾਲ ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੋਏਗੀ। ਤੁਸੀਂ ਇਹ ਰਾਜਨੀਤਿਕ ਰਹਿ ਕੇ, ਬਾਹਰ ਰਹਿ ਕੇ ਨਹੀਂ ਕੁਝ ਕਰ ਸਕਦੇ। ਚਾਣਕਿਆ ਨੇ ਕਿਹਾ ਹੈ ਜੇ ਚੰਗੇ ਲੋਕ ਰਾਜਨੀਤੀ ਤੋਂ ਬਾਹਰ ਰਹਿਣਗੇ ਤੇ ਬੁਰੇ ਲੋਕ ਤੁਹਾਡੇ ਤੇ ਸ਼ਾਸਨ ਕਰਨਗੇ। ਜੇ ਸਰ ਛੋਟੂ ਰਾਮ ਰਾਜਨੀਤੀ ਦੇ ਵਿੱਚ ਨਾ ਆਉਂਦਾ, ਕੋਈ ਕਾਨੂੰਨ ਨਹੀਂ ਸੀ ਬਣਾ ਸਕਦਾ। ਅੱਜ ਆਪਾਂ ਉਹਨਾਂ ਨੂੰ ਪੂਜ ਰਹੇ ਹਾਂ। ਜੇ ਅੰਬੇਡਕਰ ਸਾਹਿਬ ਰਾਜਨੀਤੀ ਦੇ ਵਿੱਚ ਨਾ ਆਉਂਦੇ ਤੇ ਕੋਈ ਕਾਨੂੰਨ ਨਹੀਂ ਸੀ ਬਣਾ ਸਕਦਾ। ਅੱਜ ਸਾਰੇ ਉਹਨਾਂ ਨੂੰ ਪੂਜ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ, ਉਹਨਾਂ ਤੋਂ ਵੱਡਾ ਗਿਆਨੀ ਤੇ ਨਹੀਂ ਹੋ ਸਕਦਾ ਨਾ ਕੋਈ। ਰਾਜ ਬਿਨਾ ਨਹੀਂ ਧਰਮ ਚਲੇ ਹੈ। ਸਾਡਾ ਸਭ ਤੋਂ ਵੱਡਾ ਧਾਰਮਿਕ ਸਥਾਨ ਹਰਿਮੰਦਰ ਸਾਹਿਬ, 2 ਨਿਸ਼ਾਨ ਸਾਹਿਬ ਲੱਗੇ ਨੇ, ਜਾ ਕੇ ਦੇਖੋ। ਇੱਕ ਰਾਜਨੀਤੀ ਦਾ ਹੈ, ਇੱਕ ਧਾਰਮ ਦਾ ਹੈ। ਇੱਧਰ ਹਰਿਮੰਦਰ ਸਾਹਿਬ ਹੈ, ਇੱਧਰ ਅਕਾਲ ਤਖਤ ਹੈ। ਚੜੂਨੀ ਸਾਹਿਬ, ਕਿਸੇ ਪਾਰਟੀ ਨਾਲ ਜਿਹੜਾ ਗਠਬੰਧਨ ਕੀਤਾ ਜਾ ਸਕਦਾ ਹੈ ਜਾਂ ਕਿਸੇ ਪਾਰਟੀ ਦੇ ਨਾਲ ਜਿਹੜਾ ਗੱਠਜੋੜ ਹੋ ਸਕਦਾ ਹੈ, ਜਾਂ ਲੱਗਦਾ ਵੀ ਜਿਹੜੀ ਆ ਹੁਣ ਜਿੱਦਾਂ ਵਪਾਰੀ ਭਰਾ ਨਾਲ ਜੁੜੇ ਨੇ ਇੱਦਾਂ ਹੀ ਪਾਰਟੀ ਜਿਹੜੀ? ਦੇਖੋ, ਪਹਿਲੀ ਗੱਲ ਤੇ ਮੈਂ ਸਾਰੇ ਵਪਾਰੀ ਭਰਾਵਾਂ ਦਾ ਅੱਜ ਬਹੁਤ ਧੰਨਵਾਦ ਕਰਨਾ ਚਾਹਾਂਗਾ। ਬੜੀ ਵੱਡੀ ਗੱਲ ਹੈ ਜਿਹੜੇ ਜੈਨ ਬਾਬਾ ਜੀ ਨੇ, ਜਿਹਨਾਂ ਅਧਿਕਸ਼ ਨੇ ਇਹਨਾਂ ਦੇ ਲੁਧਿਆਣੇ ਤੋਂ ਪੂਰੇ ਦੇਸ਼ ਦੇ ਰਾਸ਼ਟਰੀ ਅਧਿਕਸ਼ ਨੇ, ਉਹਨਾਂ ਦੀ ਪੂਰੀ ਜਿਹੜੀ ਟੀਮ ਹੈ, ਉਹਨਾਂ ਦਾ ਅੱਜ 29 ਸਟੇਟਾਂ ਤੋਂ ਵਪਾਰੀਆਂ ਦੇ ਪ੍ਰਧਾਨ ਜਿਹੜੇ ਨੇ, 29 ਸਟੇਟਾਂ ਛੋਟੀ ਗੱਲ ਨਹੀਂ ਹੈ। ਪੂਰੇ ਦੇਸ਼ ਦੇ ਪ੍ਰਤੀਨਿਧੀ ਆ ਕੇ ਸਾਡਾ ਸਮਰਥਨ ਕਰ ਰਹੇ ਨੇ। ਅਸੀਂ ਤਾਂ ਅਜੇ ਕੁਛ ਹੈ ਹੀ ਨਹੀਂ। ਉਹ ਸਮਰਥਨ ਕਰਨ ਵਾਸਤੇ ਆਏ ਨੇ ਵੀ ਆਹ ਜਿਹੜਾ ਦੇਸ਼ ਹੈ, ਇਸ ਦੇਸ਼ ਨੂੰ ਬਚਾਉਣ ਵਾਸਤੇ ਆਪਾਂ ਲੜੀਏ, ਆਪਾਂ ਇਕੱਠੇ ਹੋਈਏ। ਹਾਲਾਂਕਿ ਮੈਂ ਤਾਂ ਕੋਈ ਚੀਜ਼ ਹੀ ਨਹੀਂ ਹੈ, ਪਰ ਐਡਾ ਵੱਡਾ ਇਹਨਾਂ ਨੇ ਮਾਨ-ਤਾਨ ਜਿਹੜਾ ਦਿੱਤਾ ਹੈ, ਉਹਦੇ ਵਾਸਤੇ ਅਸੀਂ ਇਹਨਾਂ ਧੰਨਵਾਦੀ ਹਾਂ। ਅਤੇ ਮੇਰਾ ਵਿਚਾਰ ਵੀ ਇਹ ਹੈ ਕਿ ਵੀ ਅਸੀਂ ਮਜ਼ਦੂਰ ਇਕੱਠੇ ਹੋਈਏ, ਵਪਾਰੀ ਇਕੱਠੇ ਹੋਈਏ, ਕਿਸਾਨ ਇਕੱਠੇ ਹੋਈਏ। ਵਪਾਰੀਆਂ ਦਾ ਵਪਾਰ ਖਾ ਗਈ। ਆ ਜਿਹੜਾ 15 ਲੱਖ ਕਰੋੜ ਦਾ ਬਿਜ਼ਨਸ ਹੈ ਇਸ ਟਾਈਮ, ਜਿਹੜੇ ਕਾਲੇ ਕਾਨੂੰਨ ਬਣਾਏ ਨੇ, ਇਹਨਾਂ ਦੇ ਨਾਲ ਜਿਹੜਾ ਬਿਜ਼ਨਸ ਹੈ, ਜਿਹੜਾ ਕਾਰਪੋਰੇਟ ਨੂੰ ਜਾ ਰਿਹਾ ਹੈ, ਇਹ 15 ਲੱਖ ਕਰੋੜ ਦਾ ਬਿਜ਼ਨਸ ਹੈ। ਇਹ ਕਿਹਨਾਂ ਨੇ ਕਰਨਾ ਸੀ? ਪੂਰੇ ਹਰਿਆਣੇ ਦੇ ਪੂਰੇ 40 ਹਜ਼ਾਰ ਆੜਤੀ ਨੇ ਹਰਿਆਣੇ 'ਚ। ਪੰਜਾਬ 'ਚ ਮੇਰਾ ਗੱਲ 60-70 ਹਜ਼ਾਰ ਦੇ ਕਰੀਬ ਹੋਣੇ ਹੈ। ਉਹਨਾਂ ਦੇ ਨਾਲ ਜੁੜੇ ਮੰਡੀ ਦੇ ਕਿੰਨੇ ਹੋਰ ਲੋਕ, ਉਹਨਾਂ ਦੇ ਨਾਲ ਜੁੜੇ ਛੋਟੇ ਵਪਾਰੀ, ਫਰੂਟ ਦੇ ਵਪਾਰੀ, ਸਬਜ਼ੀ ਦੇ ਵਪਾਰੀ, ਸਾਰਿਆਂ ਦਾ ਹੱਕ ਖੋਹ ਕੇ ਚੰਦ ਕੰਪਨੀਆਂ ਕੋਲ ਜਾ ਰਿਹਾ ਹੈ। 15 ਲੱਖ ਕਰੋੜ ਦਾ ਬਿਜ਼ਨਸ। ਅੱਜ ਤੁਸੀਂ ਦੇਖੋ, 25 ਰੁਪਏ ਨੂੰ ਅਡਾਨੀ ਸੇਬ ਖਰੀਦ ਰਿਹਾ ਹੈ। 25 ਰੁਪਏ ਨੂੰ ਸੇਬ ਖਰੀਦ ਕੇ 250 ਰੁਪਏ ਨੂੰ ਵੇਚ ਰਿਹਾ ਹੈ। ਅੱਜ ਤੱਕ ਸਾਡੇ ਦੇਸ਼ ਦੇ ਵਿੱਚ
ਕੋਈ ਕਾਨੂੰਨ ਨਹੀਂ ਹੈ ਵੀ ਆਪਾਂ ਕਿੰਨਾ ਕੁ ਰੋਕੀਏ, ਕਿੰਨਾ ਕੁ ਕੋਈ ਬਲੈਕ ਕਰ ਸਕਦੇ। ਖਾਣ ਵਾਲੀ ਚੀਜ਼ ਇਹਨਾਂ ਸਾਰੇ ਵਪਾਰੀਆਂ ਦਾ ਵਪਾਰ ਖੋਹ ਕੇ ਜੇ ਅਡਾਣੀ ਅੰਬਾਣੀ ਲੈ ਜੇ ਤੇ ਫਿਰ ਵਪਾਰੀ ਦੁਖੀ ਹੋਏਗਾ। ਔਰ ਕੀ ਹੋਏਗਾ? ਅੱਜ ਦੇ ਸਾਲ ਦੇ ਵਿੱਚ 97% ਲੋਕਾਂ ਦੀ ਆਮਦਨ ਘਟੀ ਹੈ, 3% ਲੋਕਾਂ ਦੀ ਆਮਦਨ ਵਧੀ ਹੈ। ਉਹ 97% ਦੇ ਵਿੱਚ ਕਿਹੜੇ ਨੇ? ਕਿਸਾਨ ਮਜ਼ਦੂਰ ਦੀ ਤੇ ਪਹਿਲਾਂ ਹੀ ਨਹੀਂ ਸੀ। ਵਪਾਰੀ ਉਹਦੇ 'ਚ ਵਪਾਰੀਆਂ ਦੀ ਵੀ ਘਟੀ ਨਾ। ਅੱਜ ਜਾ ਕੇ ਬਾਜ਼ਾਰਾਂ 'ਚ ਦੇਖੋ ਜਿਹੜੇ ਛੋਟੇ ਕਾਰੋਬਾਰ ਵਾਲੇ ਨੇ ਨਾ, ਉਹ ਰੋਟੀ ਖਾਣ ਜੋਗੇ ਨਹੀਂ ਬਚੇ। ਅੱਛਾ, ਜਿਹੜਾ ਮੋਰਚਾ ਵਾ, ਮੋਰਚਾ ਤੁਹਾਨੂੰ ਜਿਹੜੀ ਇਜਾਜ਼ਤ ਦੇ ਦੂਗਾ ਵੀ ਹਾਂ ਹੁਣ ਜਿਸ ਤਰ੍ਹਾਂ ਤੁਸੀਂ ਰਾਜਨੀਤੀ ਵਿੱਚ ਸਿੱਧਾ ਸ਼ਰੇਆਮ ਕੁੱਦ ਪਏ ਹੋ ਵੀ ਮੋਰਚਾ ਜਿਹੜਾ ਜਾਂ ਮੋਰਚੇ ਦੇ ਵਿੱਚ ਫਿਰ ਕੋਈ ਨਾ ਕੋਈ ਜਿੱਦਾਂ ਵੀ ਉਹ ਕੁਝ ਕਰਦੇ ਨੇ ਕਾਰਵਾਈ ਜਾਂ ਕਿੱਦਾਂ ਰਹੂਗਾ? ਦੇਖੋ, ਥੋੜ੍ਹੀ ਸਮਝ ਦੀ ਗੱਲ ਹੁੰਦੀ ਹੈ। ਮੈਨੂੰ ਉਮੀਦ ਹੈ ਕਿ ਮੋਰਚੇ ਵਾਲੇ ਇਸ ਪੂਰੇ ਹਾਲਾਤ ਨੂੰ ਸਮਝਣਗੇ ਤੇ ਪੂਰੇ ਹਾਲਾਤ ਨੂੰ ਸਮਝ ਕੇ ਨਾਲ ਖੜਨਗੇ। ਮੈਨੂੰ ਉਮੀਦ ਹੈ, ਕਿਉਂਕਿ ਇੰਨੇ ਅਣਜਾਣ ਵੀ ਨਹੀਂ ਹੈ ਵੀ ਜਿਹੜੇ ਕੋਈ ਜਾਣਦੇ ਨਹੀਂ। ਉਹਨਾਂ ਨੂੰ ਜਿਹੜਾ ਡਰ ਹੈ ਉਹ ਇਹ ਹੈ ਵੀ ਕਿਤੇ ਇਸ ਕਦਮ ਦੇ ਨਾਲ ਕੁਝ ਰਾਜਨੀਤਿਕ ਪਾਰਟੀਆਂ ਨੂੰ ਉਲਾਂਭਾ ਦੇਣ ਦਾ ਮੌਕਾ ਨਾ ਹੱਥ ਲੱਗ ਜੇ ਜਾਂ ਮੋਰਚਾ ਕਮਜ਼ੋਰ ਨਾ ਪੈ ਜੇ। ਜਿਹੜਾ ਉਹਨਾਂ ਨੂੰ ਡਰ ਹੈ, ਜੇ ਇਹ ਡਰ ਉਹਨਾਂ ਦਾ ਨਿਕਲ ਜੇ ਫਿਰ ਤਾਂ ਉਹ ਨਾਲ ਲੱਗਣਗੇ। ਤੇ ਇਹ ਡਰ ਆਪਾਂ ਉਹਨਾਂ ਦਾ ਕੱਢਾਂਗੇ। ਇਹ ਡਰ ਆਪਾਂ ਉਹਨਾਂ ਦਾ ਇਸ ਤਰ੍ਹਾਂ ਕੱਢਾਂਗੇ ਵੀ ਆਪਾਂ ਵਪਾਰੀਆਂ ਦਾ ਵੀ ਜਥਾ ਲੈ ਕੇ ਜਾਵਾਂਗੇ ਸਮਰਥਨ ਵਾਸਤੇ। ਆਪਾਂ ਜਿਹੜੇ ਦਲਿਤ ਭਰਾ ਨੇ ਉਹਨਾਂ ਦਾ ਵੀ ਜਥਾ ਲੈ ਕੇ ਜਾਵਾਂਗੇ ਸਮਰਥਨ ਵਾਸਤੇ। ਡਰ ਨਿਕਲ ਗਿਆ, ਸਾਰੇ ਲੱਗੇ ਜੀ। ਬਿਲਕੁਲ, ਕਿਤੇ ਨਾ ਕਿਤੇ ਚੜੂਨੀ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਲੜਾਈ ਹੈ ਜਿਹੜੀ ਹੁਣ ਹੋਰ ਵੱਡੀ ਹੋਣ ਵਾਲੀ ਹੈ, ਕਿਉਂਕਿ ਹੁਣ ਵਪਾਰੀਆਂ ਦਾ ਵੀ ਜਿਹੜਾ ਸਾਥ ਮਿਲੇਗਾ। ਕਿਤੇ ਨਾ ਕਿਤੇ ਜਿਹੜੀ ਹੁਣ ਆਰ-ਪਾਰ ਦੀ ਲੜਾਈ ਜਿਹੜੀ ਹੋਵੇਗੀ ਤੇ ਉਸ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਨਾਮ ਜਿਹੜਾ ਆ ਰਿਹਾ ਵਾ ਕਿਤੇ ਨਾ ਕਿਤੇ ਚੜੂਨੀ ਸਾਹਿਬ ਨੂੰ ਜਿਹੜਾ ਦਿੱਤਾ ਜਾ ਰਿਹਾ ਵੀ ਉਹ ਜਿਹੜੇ ਨੇ ਅੱਗੇ ਉਹਨਾਂ ਨੂੰ ਅੱਗੇ ਲਗਾਇਆ ਗਿਆ ਤੇ ਕਿਤੇ ਨਾ ਕਿਤੇ ਜਿਹੜੀ ਜਿੱਤ ਹੈ ਉਹ ਵੀ ਕਹਿ ਰਹੇ ਨੇ ਕਿ ਜ਼ਰੂਰ ਮਿਲੇਗੀ। ਗੱਲਬਾਤ ਕਰ ਲੈਂਦੇ ਹਾਂ। ਸਾਡੇ ਨਾਲ ਮੌਜੂਦ ਨੇ ਜਿਹੜੇ ਰਾਸ਼ਟਰੀ ਅਧਿਆਕਸ਼ ਨੇ ਤਰੁਣ ਚੰਦ ਬਾਬਾ ਜੀ। ਉਹਨਾਂ ਦਾ ਕੀ ਕਹਿਣਾ ਇਸ ਦੇ ਸੰਬੰਧ ਵਿੱਚ ਕਿ ਕਿਸ ਤਰ੍ਹਾਂ ਦੇ ਜਿਹੜੇ ਏਜੰਡੇ ਹੋਣਗੇ ਤੇ ਕੀ ਮੁੱਦੇ ਲੈ ਕੇ ਜਿਹੜੀ ਪਾਰਟੀ ਬਣਾਈ ਗਈ ਹੈ? ਹਾਂਜੀ ਸਰ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਨਮਸਕਾਰ ਜੀ, ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ। ਸਰ, ਕੀ ਕਾਰਨ ਆ ਵੀ ਤੁਸੀਂ ਇੱਕਦਮ ਵਪਾਰ ਦੇ ਵਿੱਚੋਂ ਜਿਹੜਾ ਰਾਜਨੀਤੀ ਛਾਲ ਮਾਰੀ? ਕੀ ਲੱਗਦਾ ਵੀ ਤੁਹਾਨੂੰ ਵੀ ਰਾਜਨੀਤੀ ਜਿਹੜੀ ਜ਼ਿਆਦਾ ਫਾਇਦੇਮੰਦ ਹੈ ਵਪਾਰ ਨੂੰ? ਦੇਖੀਏ, ਫਾਇਦਾ ਨੁਕਸਾਨ ਤਾਂ ਉੱਪਰ ਵਾਲੇ ਦੇ ਹੱਥ 'ਚ ਹੁੰਦਾ। ਅੱਜ ਦੀ ਡੇਟ ਦੇ ਵਿੱਚ ਜੋ ਪੂਰੇ ਭਾਰਤ ਦਾ ਵਪਾਰੀ ਹੈ ਬਹੁਤ ਪਰੇਸ਼ਾਨ। ਔਰ ਜਦੋਂ ਦੀ ਦੇਸ਼ ਆਜ਼ਾਦ ਹੋਇਆ 1947 ਤੋਂ ਲੈ ਕੇ ਅੱਜ ਤੱਕ ਵਪਾਰੀਆਂ ਨੂੰ ਹਮੇਸ਼ਾ ਅਪਮਾਨ ਸਹਿਣ ਕਰਨਾ ਪਿਆ। ਚਾਹੇ ਕੋਈ ਸਰਕਾਰ ਹੋਵੇ, ਵਪਾਰੀ ਨੂੰ ਉਸ ਦਾ ਬਣਦਾ ਮਾਨ ਸਨਮਾਨ ਕਦੀ ਨਹੀਂ ਮਿਲਿਆ। ਸਾਨੂੰ ਹਮੇਸ਼ਾ ਬੇਈਮਾਨ ਕਿਹਾ ਗਿਆ, ਸਾਨੂੰ ਚੋਰ ਕਿਹਾ ਗਿਆ। ਕਦ ਤੱਕ ਅਸੀਂ ਅਪਮਾਨ ਸਹਿਣ ਕਰਦੇ? ਔਰ ਕਰੋਨਾ ਕਾਲ ਦੇ ਵਿੱਚ ਜਦੋਂ ਸਰਕਾਰਾਂ ਨੇ ਹੱਥ ਖੜੇ ਕਰ ਦਿੱਤੇ, ਅਸੀਂ ਆਪਣੇ ਫੈਕਟਰੀਆਂ ਵਿੱਚ, ਆਪਣੀ ਦੁਕਾਨਾਂ 'ਚ ਕੰਮ ਕਰਨ ਵਾਲੇ ਅਸੀਂ ਲੇਬਰ ਨੂੰ, ਆਪਣੇ EMPLOYEES ਨੂੰ ਅਸੀਂ ਕਦੀ ਭੁੱਖਾ ਨਹੀਂ ਮਰਨ ਦਿੱਤਾ। ਇੱਥੇ ਦੇ ਕਮਿਸ਼ਨਰ ਆਫ ਪੁਲਿਸ ਸਾਹਿਬ ਨੇ ਸਾਨੂੰ ਬੁਲਾ ਕੇ ਰਿਕੁਐਸਟ ਕੀਤੀ ਸੀ ਵੀ ਘੱਟੋ ਘੱਟ 1 ਮਹੀਨੇ ਦਾ 2500 ਰੁਪਏ ਦੀ ਇੱਕ ਬੰਦੇ ਦੀ ਖੁਰਾਕੀ ਹੈ। ਕਮ ਸੇ ਕਮ 2500 ਰੁਪਇਆ ਅਸੀਂ ਆਪਣੇ ਕੋਲੋਂ 7 ਮਹੀਨੇ ਆਪਣੇ ਲੇਬਰ ਨੂੰ ਖਵਾਇਆ। ਪਰ ਅਸੀਂ ਕੋਈ ਉਹਨਾਂ ਦਾ ਅਹਿਸਾਨ ਨਹੀਂ ਕੀਤਾ। ਉਹ ਸਾਡੇ ਦੇਸ਼ਵਾਸੀ ਹੈ, ਸਾਡੇ ਭਰਾ ਨੇ। ਪਰ ਇਸ ਚੀਜ਼ ਦਾ ਮੈਨੂੰ ਗਰਵ ਹੈ, ਜਿੱਥੇ ਸਰਕਾਰਾਂ ਹੱਥ ਖੜੀਆਂ ਕਰ ਗਈਆਂ ਸੀਗੀਆਂ, ਹਰ ਰੋਜ਼ ਇੱਕ ਐਸੋਸੀਏਸ਼ਨ ਨੇ 5-5, 10-10 ਹਜ਼ਾਰ ਬੰਦੇ ਦਾ ਲੰਗਰ ਤਿਆਰ ਕਰਕੇ ਜੋ ਜ਼ਰੂਰਤਮੰਦ ਸੀ ਉਹਨਾਂ ਨੂੰ ਖਵਾਇਆ। ਅਸੀਂ ਆਪਣੀ ਹਜ਼ਾਰਾਂ ਦੀ ਤਾਦਾਦ ਜੋ ਸਾਡੀ ਲੇਬਰ ਸੀ ਅਸੀਂ ਉਹਨੂੰ ਖਵਾਇਆ। ਸਾਰੀ ਲੇਬਰ ਸਾਡੀ ਯੂਪੀ ਔਰ ਬਿਹਾਰ ਤੋਂ ਸਾਡੀ ਪ੍ਰਵਾਸੀ ਲੇਬਰ ਹੈ। ਸੋ ਅਸੀਂ ਤਾਂ ਇਨਸਾਨੀਅਤ ਦੇ ਵਾਸਤੇ ਸਭ ਕੁਝ ਕਰਦੇ ਹਾਂ। ਔਰ ਉਸ ਤੋਂ ਬਾਅਦ ਵਪਾਰੀ ਚੋਰ ਹੈ, ਆਹ ਬਰਦਾਸ਼ਤ ਨਹੀਂ ਹੁੰਦਾ। ਬੜਾ ਦਿਲ ਨੂੰ ਦੁਖਦਾ। ਕਰੋਨਾ ਕਾਲ ਦੇ ਵਿੱਚ ਸਾਨੂੰ 20 ਲੱਖ ਕਰੋੜ ਰੁਪਇਆ ਮੋਦੀ ਜੀ ਨੇ ਕਹਿ ਦਿੱਤਾ। ਕਿਹੜਾ 20 ਲੱਖ ਕਰੋੜ ਰੁਪਏ ਕਿ 20 ਪੈਸੇ ਕਿਸੇ ਵਪਾਰੀ ਨੂੰ ਨਹੀਂ ਮਿਲੇ। ਉੱਪਰੋਂ ਦੀ ਚੱਕਰਵਰਤੀ ਵਿਆਜ ਲਗਾਤਾ, ਵਿਆਜ ਦੇ ਉੱਪਰ ਇੰਟਰਸਟ ਦੇ ਉੱਪਰ ਇੰਟਰਸਟ। ਉਹ ਤਾਂ ਸੁਪਰੀਮ ਕੋਰਟ ਨੇ ਆਰਡਰ ਕਰਕੇ ਉਸ ਦੇ ਉੱਪਰ ਸਟੇ ਕੀਤਾ। ਸਰਕਾਰਾਂ ਨੇ ਤਾਂ, ਬੈਂਕਾਂ ਨੇ ਤਾਂ ਕੋਈ ਲਿਹਾਜ਼ ਨਹੀਂ ਕੀਤੀ। ਅੱਜ ਕੀ ਦਿੱਤਾ ਸਾਨੂੰ? ਸਾਡੀਆਂ CC ਲਿਮਿਟਸ ਚੱਲ ਰਹੀਆਂ, ਉਸ ਤੋਂ ਬਾਅਦ ਕਹਿੰਦੇ ਹੋਰ ਪੈਸੇ ਲੈ ਲਓ। ਉਹ ਬਈ ਕੰਮ, ਵਪਾਰ ਚੱਲ ਨਹੀਂ ਰਿਹਾ, ਕੰਮ ਚੱਲ ਨਹੀਂ ਰਿਹਾ, ਸਾਡੇ ਮਾਲ ਵਿਕ ਨਹੀਂ ਰਹੇ, ਪੇਮੈਂਟਸ ਆ ਨਹੀਂ ਰਹੀਆਂ। ਅਸੀਂ ਬੈਂਕਾਂ ਤੋਂ ਲੈ ਕੇ ਔਰ ਆਪਣੇ ਕੋਲ ਜੋ ਸਾਡੇ ਕੋਲ ਜਮ੍ਹਾਂ ਪੂੰਜੀ ਹੈ, ਅਸੀਂ ਉਹ ਕਾਰੀਗਰਾਂ ਨੂੰ ਵੀ ਉਹ ਮਰ ਨਾ ਜਾਣ ਤੇ ਉਹਨਾਂ ਨੂੰ ਖਵਾਈ ਜਾ ਰਹੇ ਹੈਗੇ, ਆਪਣਾ ਘਰ ਵੀ ਚਲਾ ਰਹੇ ਹਾਂ। ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਹੈ। ਇਸ ਕਰਕੇ ਔਰ ਸਾਨੂੰ ਇੱਕ ਰਾਹ ਨਹੀਂ ਲੱਭ ਰਿਹਾ ਸੀ। ਅਸੀਂ ਪੂਰੇ ਹਿੰਦੁਸਤਾਨ ਦੇ, ਅੱਜ ਤੁਸੀਂ ਦੇਖਿਆ ਹੋਵੇਗਾ ਮੰਚ 'ਤੇ ਹਿੰਦੁਸਤਾਨ ਦੇ ਵਪਾਰੀ ਆਏ, ਹਰ ਇੱਕ ਕੋਨੇ 'ਚੋਂ 8-8 ਘੰਟੇ ਟਰੈਵਲ ਕਰਕੇ ਬੱਸਾਂ ਤੋਂ ਫਲਾਈਟ ਲੈ ਕੇ ਮੇਰੇ ਲੁਧਿਆਣੇ ਸ਼ਹਿਰ ਤੱਕ ਪਹੁੰਚੇ ਹੈ। ਕਿਉਂ ਆਏ ਹੈ?
ਸਾਰਿਆਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਸੀ। ਅੱਜ ਅਸੀਂ ਇੱਕ ਕੁੰਭ ਵਪਾਰੀਆਂ ਦਾ ਵਪਾਰੀ ਦਿਵਸ ਤੇ ਇਕੱਠਾ ਹੋਇਆ ਔਰ ਸਾਨੂੰ ਇੱਕ ਕਿਰਨ ਨਹੀਂ ਮਿਲ ਰਹੀ ਸੀ। ਪਾਰਟੀ ਦਾ ਅਸੀਂ ਬਣਾਉਣ ਦੀ ਬੜੀ 2-4-5 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਸੀਗੇ। ਰਜਿਸਟ੍ਰੇਸ਼ਨ ਅਸੀਂ ਹੁਣ ਕਰਾਈ ਹੈ, ਉਦੋਂ ਕਰਾਈ, ਸਾਨੂੰ ਕੋਈ ਸਾਫ਼ ਸੁਥਰੀ ਛਵੀ ਵਾਲਾ, ਸਾਨੂੰ ਸਾਡਾ ਕੋਈ ਸਰਦਾਰ ਭਰਾ ਨਹੀਂ ਮਿਲ ਰਿਹਾ ਸੀਗਾ, ਸਾਨੂੰ ਸਾਡਾ ਕਿਸਾਨ ਭਰਾ ਨਹੀਂ ਮਿਲ ਰਿਹਾ ਸੀਗਾ, ਸਾਨੂੰ ਸਾਡੇ ਕੋਈ ਗੁਰੂ ਨਾਨਕ ਦੇਵ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਈ ਸੱਚਾ ਬਸ਼ਿੰਦਾ ਨਹੀਂ ਮਿਲ ਰਿਹਾ ਸੀਗਾ। ਤੇ ਉਹ ਸਾਨੂੰ ਮਿਲਿਆ ਸਾਡੇ ਵੱਡੇ ਭਰਾ ਸਰਦਾਰ ਗੁਰਨਾਮ ਸਿੰਘ ਜੀ ਚੜੂਣੀ। ਜਦੋਂ ਅਸੀਂ ਇਹਨਾਂ ਨੂੰ ਮਿਲੇ, ਆਹ ਦੇਵਤਾ ਇਨਸਾਨ, ਆਹ ਸਾਧੂ ਬੰਦੇ, ਉੱਥੇ ਟੈਂਟ 'ਚ ਜਾ ਕੇ ਜਦੋਂ ਅਸੀਂ ਇਹਨਾਂ ਨੂੰ ਮਿਲੇ ਤੇ ਅਸੀਂ ਆਪਣਾ ਦਿਲ ਇਹਨਾਂ ਨੂੰ ਉਸੇ ਟਾਈਮ ਦੇ ਦਿੱਤਾ। ਇੱਕ ਗੱਲ ਮੈਂ ਪੁੱਛਣੀ ਚਾਹੁੰਦਾ, ਜਿਸ ਤਰ੍ਹਾਂ ਹਰੇਕ ਪਾਰਟੀ ਜਿਹੜੀ ਹੈ ਸਿਆਸਤ ਦੇ ਵਿੱਚ ਕਿਸਾਨਾਂ ਨੂੰ ਲੈ ਰਹੀ ਹੈ, ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ, ਤੇ ਤੁਸੀਂ ਵੀ ਦਿਲੋਂ ਕਹਿ ਰਹੇ ਹੋ ਵੀ ਤੁਸੀਂ ਕਿਸਾਨਾਂ ਦੇ ਨਾਲ ਹੋ, ਪਰ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵੀ ਹਾਂ ਇੱਕ ਪੱਕੀ ਪਕਾਈ ਖੀਰ, ਜਿੱਦਾਂ ਤੁਸੀਂ ਕਿਹਾ ਵੀ ਚੜੂਨੀ ਸਾਹਿਬ ਦਾ ਜਿਹੜਾ ਫੇਸ ਆ ਤੁਸੀਂ ਅੱਗੇ ਲੈ ਕੇ ਆਂਦਾ ਵਾ, ਲੱਗਦਾ ਨਹੀਂ ਵੀ ਹਾਂ ਕਿਤੇ ਯੂਜ਼ ਹੋ ਰਿਹਾ? ਦੇਖੋ ਜੀ, ਮੈਂ ਕੋਈ ਹਾਲੇ ਪੋਲੀਟੀਸ਼ੀਅਨ ਤਾਂ ਹੈ ਨਹੀਂ। ਹੁਣ ਜਿਹੜੇ ਇਹਨਾਂ ਦੇ ਸੰਗਠਨ ਦੇ ਜਿਹੜੇ ਨੇਤਾ ਹੈਗੇ, ਅਸੀਂ ਤਾਂ ਕਹਿੰਦੇ ਕਿਸਾਨ ਭਰਾ, ਸਭ ਤੋਂ ਦੁੱਖ ਹੈ ਵੀ ਮੇਰੇ ਕਿਸਾਨ ਭਰਾ ਸੜਕ ਤੇ ਕਿਉਂ ਬੈਠੇ ਆ। ਅੱਜ 7-8 ਮਹੀਨੇ ਹੋ ਗਏ, 400-500 ਮੇਰੇ ਕਿਸਾਨ ਭਰਾ ਸ਼ਹੀਦ ਹੋ ਗਏ। ਜਿਹੜੇ ਆਗੂ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਅਗਰ ਇਹਨਾਂ ਨੂੰ ਕੋਈ ਤਕਲੀਫ ਹੈ, ਕਮ ਇਨ ਵਿਧਾਨ ਸਭਾ। ਬਾਬਾ ਜੀ ਉਦੋਂ ਵੀ ਵਪਾਰੀ ਸੀ, ਜਦੋਂ ਕਿਸਾਨ ਬੰਦ ਕਰਨ ਨੂੰ ਕਹਿੰਦੇ ਸੀ, ਵਪਾਰੀ ਕਹਿੰਦੇ ਸੀ ਵੀ ਸਾਡਾ ਵੀ ਨੁਕਸਾਨ ਹੋ ਰਿਹਾ। ਜਦੋਂ ਟ੍ਰੇਨਾਂ ਬੰਦ ਹੁੰਦੀਆਂ ਸੀ, ਵਪਾਰੀ ਕਹਿੰਦੇ ਸੀ, ਕਿਸਾਨਾਂ ਨੂੰ ਕਹਿੰਦੇ ਸੀ ਵੀ ਉੱਠੋ, ਪੱਟੀਆਂ ਤੋਂ ਉੱਠੋ। ਉਦੋਂ ਵੀ ਕਿਸਾਨ ਸੀ, ਉਦੋਂ ਕਿਸਾਨ ਕਿਉਂ ਨਹੀਂ ਨਜ਼ਰ ਆਏ? ਉਹ ਭਾਈ ਸਾਹਿਬ, ਜਬ ਜਾਗੋ ਤभी ਸਵੇਰਾ। ਅਸੀਂ ਤਾਂ ਇਸੇ ਤਰ੍ਹਾਂ ਬੰਦ ਕਰਨਾ, ਮਤਲਬ ਮੰਨਦੇ ਹੋ ਵੀ ਜਦ ਤੁਸੀਂ ਕਹਿੰਦੇ ਹੋ ਵੀ ਹਾਂ ਕਿਤੇ ਨਾ ਕਿਤੇ ਪਹਿਲਾਂ ਗਲਤੀ ਹੋਈ ਹੈ। ਕਿਸ ਤੋਂ ਗਲਤੀ ਹੋਈ? ਤੁਸੀਂ ਕਿਹਾ ਵੀ ਜਬ ਜਾਗੋ ਤਬ ਸਵੇਰਾ, ਜੇ ਪਹਿਲਾਂ ਤੁਸੀਂ ਕਿਸਾਨਾਂ ਨੂੰ ਕਹਿੰਦੇ ਸੀ ਉੱਠੋ, ਤੇ ਅੱਜ ਤੁਸੀਂ ਕਹਿੰਦੇ ਹੋ ਵੀ ਅੱਜ ਕਿਸਾਨਾਂ ਦੇ ਨਾਲੋਂ, ਮਤਲਬ ਪਹਿਲਾਂ ਕਿਤੇ ਨਾ ਕਿਤੇ ਗਲਤੀ ਹੋਈ ਸੀ। ਨਹੀਂ, ਕਿਸਾਨਾਂ ਤੋਂ ਗਲਤੀ ਹੋਈ ਸੀ, ਸਾਡੇ ਤੋਂ ਗਲਤੀ ਹੋਈ। ਤੁਸੀਂ ਕਹਿੰਦੇ ਸੀ ਵੀ ਕਿਸਾਨਾਂ ਨੂੰ ਟ੍ਰੇਨਾਂ ਦੀ ਪੱਟੀਆਂ ਖਾਲੀ ਕਰੋ ਵੀ ਤਾਂ ਕਿ ਜਿਹੜੀਆਂ ਟ੍ਰੇਨਾਂ ਨੇ ਚੱਲ ਸਕਣ, ਵੀ ਵਪਾਰੀਆਂ ਦਾ ਮਾਲ ਅੰਦਰ ਫਸਿਆ ਪਿਆ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਕੀ ਹੈ। ਅਗਰ ਉਹ ਕਿਸਾਨਾਂ ਨੂੰ ਜਿਹੜੀ ਪੱਟਰੀਆਂ, ਉੱਥੇ ਆਮ ਬੰਦਿਆਂ ਨੂੰ ਤਕਲੀਫ ਆਣੀ, ਉਹ ਨਹੀਂ ਆਣੀ ਚਾਹੀਦੀ ਹੈਗਾ, ਤੇ ਇੱਕ ਨੋਰਮਲ ਜੀ ਗੱਲ ਹੈ। ਬਲਕਿ ਅਸੀਂ ਤਾਂ ਹੁਣ ਵੀ ਕਹਿ ਰਹੇ ਵੀ 7-8 ਮਹੀਨੇ ਤੋਂ ਮੇਰੇ ਭਰਾ ਬੈਠੇ ਹੈ, ਅਰੇ ਭਾਈ ਉਠੋ। ਜੋ ਚੜੂਨੀ ਸਾਹਿਬ ਨੇ ਕਿਹਾ ਹੈਗਾ ਵੀ ਬਹਿ ਕੇ ਕੀ ਹੋਊਗਾ, ਜਾਂ ਕਿਸੇ ਸਰਕਾਰ ਨੂੰ ਹਰਾ ਕੇ ਕੀ ਹੋਊਗਾ। ਅਸੀਂ ਯੂਪੀ 'ਚ ਬੀਜੇਪੀ ਨੂੰ ਹਰਾ ਦਾਂਗੇ, ਅਸੀਂ ਹਰਿਆਣੇ 'ਚ ਉਹਨੂੰ ਹਰਾ ਦਾਂਗੇ, ਫਲਾਨੀ ਸਟੇਟ 'ਚ ਉਹਨੂੰ ਹਰਾ ਦਾਂਗੇ। ਉਹਦੇ ਨਾਲ ਕਿਸਾਨ ਦਾ ਮਸਲਾ ਹੱਲ ਹੋਏਗਾ, ਮੇਰੇ ਵਪਾਰੀ ਦਾ ਮਸਲਾ ਹੱਲ ਹੋਏਗਾ, ਮੇਰੀ ਟੈਕਸੇਸ਼ਨ ਪਾਲਿਸੀਜ਼ ਠੀਕ ਹੋਣਗੀਆਂ, ਸਾਡੇ ਕਿਸਾਨਾਂ ਦੇ ਬਿੱਲ ਠੀਕ ਹੋਣਗੇ। ਯਾਰ ਫੋਰਗੇਟ ਇਟ, ਆਓ ਸਾਰੇ ਮਿਲ ਗਏ, ਮਜ਼ਦੂਰ, ਕਿਸਾਨ, ਵਪਾਰੀ। ਮੇਰਾ ਇੱਕ ਹੋਰ ਸਵਾਲ ਹੈ, ਜਿਸ ਤਰ੍ਹਾਂ ਜਿਹੜਾ ਵਪਾਰੀ ਵਰਗ ਨੂੰ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ, ਵਪਾਰੀ ਜਿਹੜਾ ਆਪਣੇ ਫਾਇਦੇ ਨੂੰ ਦੇਖਦਾ ਹਮੇਸ਼ਾ, ਵਪਾਰੀ ਜਦੋਂ ਵਪਾਰ ਕਰਦਾ ਫਾਇਦਾ ਦੇਖਦਾ, ਕੀ ਲੱਗਦਾ ਵੀ ਜਿਹੜੀ ਰਾਜਨੀਤੀ ਆ, ਰਾਜਨੀਤੀ ਵਿੱਚ ਵੀ ਅਜਿਹਾ ਹੀ ਕੁਝ ਦੇਖਿਆ ਜਾਊਗਾ? ਕਰੋਨਾ ਕਾਲ ਦੇ ਵਿੱਚ ਤੁਸੀਂ ਵਪਾਰੀ ਦਾ ਰੰਗ ਰੂਪ ਢੰਗ ਦੇਖ ਲਿਆ। ਸਰਕਾਰਾਂ ਨੇ ਹੱਥ ਖੜੇ ਕਰਤੇ ਸੀਗੇ, ਤੁਸੀਂ ਕਹਿੰਦੇ ਫਾਇਦਾ ਦੇਖਦਾ। ਅਸੀਂ ਤਾਂ ਆਪਣੇ ਆਪ ਨੂੰ ਕਰਜ਼ਾਈ ਕਰ ਲਿਆ, ਪਰ ਆਪਣੇ ਜ਼ਰੂਰਤ ਪੈਣ 'ਤੇ ਅਸੀਂ ਆਪਣੇ ਦੇਸ਼ ਵਾਸੀਆਂ ਨੂੰ, ਆਪਣੇ ਮਜ਼ਦੂਰਾਂ ਨੂੰ ਭੁੱਖੇ ਨਹੀਂ ਸੌਣ ਦਿੱਤਾ, ਮਰਨ ਨਹੀਂ ਦਿੱਤਾ। ਆਪਣੀ ਫੈਕਟਰੀਆਂ 'ਚ ਉਹਨਾਂ ਨੂੰ ਛਾਤਾਂ ਦਿੱਤੀਆਂ ਵੀ ਪੈ ਜਾਓ ਲੰਮੇ ਹੋ ਕੇ, ਗੱਦੇ ਵਿਛਾ ਤੇ। ਕਿਆ ਬਾਤ ਕਰਤੇ ਹੋ? ਵਪਾਰੀ ਫਾਇਦਾ ਦੇਖਦਾ, ਫਾਇਦਾ ਕੌਣ ਨਹੀਂ ਦੇਖਦਾ? ਤੁਸੀਂ ਨਹੀਂ ਫਾਇਦਾ ਦੇਖਦੇ। ਤੁਸੀਂ ਅੱਜ ਆਪਣਾ ਚੈਨਲ ਚਲਾ ਰਹੇ ਹੈਗੇ ਹੋ, ਤੁਹਾਨੂੰ TRP ਦੀ ਜ਼ਰੂਰਤ ਨਹੀਂ ਹੈ, ਜਾਂ ਤੁਹਾਨੂੰ ਆਪਣੇ ਜੋ ਵੀ ਘਰ ਚਲਾਉਣ ਵਾਸਤੇ ਤੁਹਾਨੂੰ ਖਰਚੇ ਦੀ ਜ਼ਰੂਰਤ ਨਹੀਂ ਹੈ। ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈ ਪਾਲਿਸੀ ਬਣਾਈ ਜਾਵੇਗੀ, ਕਿੰਨਾ ਮੁੱਦਿਆਂ ਦੇ ਉੱਪਰ ਜਿਹੜੀ ਚੋਣ ਹੈ ਉਹ ਲੜੀ ਜਾਵੇਗੀ, ਕੀ ਜਿਹੜੀ ਪਾਰਟੀ ਬਣਾਈ ਗਈ ਹੈ ਤੇ ਉਹ ਆਪਣੇ ਜਿਹੜੇ ਨੇ ਕਿੱਦਾਂ ਦੇ ਵਿਚਾਰਧਾਰਾ ਜਿਹੜੀ ਹੈ ਪੇਸ਼ ਕਰੇਗੀ। ਰੋਜ਼ਾਨਾ ਸਪੋਕਸਮੈਨ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ।